ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਮਾਣ ਮੇਰਾ ਪਿੰਡ ਟਿੱਬੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਤੇ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਹ ਜਿਹੜਾ ਦਿਹਾੜਾ ਚੱਲ ਰਹੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਦਿਹਾੜਾ ਜਿਹੜਾ ਆ ਉਹ ਮਨਾਇਆ ਜਾਂਦਾ ਆ। ਸਾਕਾ ਨੀਲਾ ਤਾੜਾ ਦਾ ਜਿਹੜਾ ਉਹ ਸ਼ਹੀਦੀ ਹਫ਼ਤੇ ਤੌਰ 'ਤੇ ਸਿੱਖ ਜਗਤ ਇਹਨੂੰ ਯਾਦ ਕਰਦਾ ਹੈ। ਸਿੱਖ ਜਗਤ ਦੇ ਵਿੱਚ ਇੱਕ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਔਰ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈਗੀ ਆ ਪੋਹ ਮਹੀਨੇ ਦੇ ਵਿੱਚ ਜਿਹੜੀ ਹੋਈ ਆ ਮਾਤਾ ਗੁਜਰ ਕੌਰ ਹੋਣਾ ਦੀ ਸ਼ਹੀਦੀ ਹੁੰਦੀ ਹੈਗੀ ਆ। ਉਹ ਸ਼ਹੀਦੀ ਦਿਹਾੜਾ ਸਿੱਖ ਕੌਮ ਦੇ ਵਿੱਚ ਪੂਰੇ ਭਰੇ ਮਨ ਦੇ ਨਾਲ ਜਿਹੜਾ ਉਹ ਪੂਰੀ ਸਿੱਖ ਕੌਮ ਉਹ ਯਾਦ ਕਰਦੀ ਹੈਗੀ ਆ। ਅਤੇ ਇਸੇ ਤਰ੍ਹਾਂ ਇਹ ਜਿਹੜਾ ਇਤਿਹਾਸ ਮੁੜ ਦੁਹਰਾ ਕੇ ਇੱਕ ਸ਼ਹੀਦੀ ਦਿਹਾੜਾ ਜੂਨ 1 ਤੋਂ ਲੈ ਕੇ 6 ਜੂਨ ਤੱਕ ਜਿਹੜਾ ਮਨਾਇਆ ਜਾਂਦਾ ਹੈਗਾ ਆ। ਉਹ ਵੀ ਜਿੱਥੇ ਵੀ ਸਿੱਖ ਜਗਤ ਜਿਹੜਾ ਸਿੱਖ ਇਤਿਹਾਸ ਤੋਂ ਵਾਕਫ ਹੈਗਾ ਆ, ਸਿੱਖੀ ਰਹੁ ਰੀਤਾਂ ਤੋਂ ਜਿਹੜਾ ਵਾਕਫ ਹੈਗਾ ਆ, ਉਹ ਇਹਨਾਂ ਦਿਨਾਂ ਨੂੰ ਵੀ ਉਸੇ ਹੀ ਆਦਬ ਸਤਿਕਾਰ ਦੇ ਨਾਲ ਮਨਾਉਂਦਾ ਹੈ। ਅਤੇ ਉਹ ਜਿਹੜੀਆਂ ਸ਼ਹੀਦੀ ਦੀਆਂ ਗਾਥਾਵਾਂ ਸਾਡੇ ਇਤਿਹਾਸ ਵਿੱਚ ਦਰਜ ਸੀਗੀਆਂ ਉਹ 20ਵੀਂ ਸਦੀ ਦੇ ਵਿੱਚ ਇੱਕ ਵਾਰ ਫੇਰ ਤੋਂ ਜਾ ਕੇ ਮੁੜ ਉਹਨਾਂ ਨੇ ਆਪਣੇ ਆਪ ਨੂੰ ਦੁਹਰਾਇਆ ਹੈਗਾ ਆ। ਅਤੇ ਸਿੱਖ ਕੌਮ ਦੇ ਵਿੱਚ ਸਿੱਖੀ ਇਤਿਹਾਸ ਦੇ ਵਿੱਚ ਸਿੱਖੀ ਆਪਾਂ ਕਹਿ ਸਕਦੇ ਰਹੁ ਰੀਤਾਂ ਦੇ ਵਿੱਚ ਇੱਕ ਵੱਖਰਾ ਜਿਹੜਾ ਮੁਕਾਮ ਅਤੇ ਇੱਕ ਨਵੀਂ ਜਿਹੜੀ ਹੈ ਉਹ ਕਹਿ ਸਕਦੇ ਵੀ ਜਿਹੜਾ ਇਤਿਹਾਸ ਉਹਨੂੰ ਦੁਹਰਾ ਕੇ ਮੁੜ ਕੇ ਜਿਹੜਾ ਦੁਨੀਆ ਸਾਹਮਣੇ ਉਹਨੂੰ ਪੇਸ਼ ਕੀਤਾ ਹੈਗਾ ਹੈ। ਅਤੇ ਇਹਨਾਂ ਸਾਰੀਆਂ ਜੋ ਘਟਨਾਵਾਂ 1984 ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਘਟਨਾਵਾਂ ਵਾਪਰੀਆਂ, ਕਿਹੜੇ ਹਾਲਾਤ ਸਨ, ਕਿਹਨਾਂ ਕਰਕੇ ਜਿਹੜੇ ਹਾਲਾਤ ਬਣੇ ਕਿ ਜਿਹੜਾ ਸਿੱਖਾਂ ਦਾ ਕੇਂਦਰੀ ਸਥਾਨ ਆ ਉਹਦੇ 'ਤੇ ਫੌਜਾਂ ਚੜ੍ਹ ਕੇ ਆ ਗਈਆਂ, ਉਹਨਾਂ ਇਮਾਰਤਾਂ ਨੂੰ ਜਿਨ੍ਹਾਂ ਨੂੰ ਸਿੱਖ ਜਗਤ ਇੱਕ ਇੱਟ ਨੂੰ ਜਿਹੜਾ ਸਿੱਖ ਜਗਤ ਪੂਜਦਾ ਹੈਗਾ ਆ, ਦੁਨੀਆ ਭਰ ਤੋਂ ਸਿੱਖ ਉੱਧਰ ਨੂੰ ਅਰਦਾਸਾਂ ਕਰਕੇ ਜਿਹੜਾ ਸਿਰ ਕਰਕੇ ਆਪਣੇ ਅਰਦਾਸਾਂ ਬੇਨਤੀਆਂ ਆਪਣੀਆਂ ਜਿਹੜੀਆਂ ਹੈਗੀਆਂ ਮਨੋਕਾਮਨਾ ਲੈ ਕੇ ਪਹੁੰਚਦੀਆਂ ਹੈਗੀਆਂ। ਉਸ ਜਦੋਂ ਕੇਂਦਰੀ ਸਥਾਨ 'ਤੇ ਫੌਜਾਂ ਚੜ੍ਹ ਕੇ ਆਉਂਦੀਆਂ ਅਤੇ ਕਿਹੋ ਜਿਹੇ ਹਾਲਾਤ ਉਹਨਾਂ ਸਿੱਖਾਂ ਦੇ ਹਿਰਦਿਆਂ ਦੇ ਸੀ, ਉਹ ਜਿਹੜੇ ਹਿਰਦੇ ਬਲੂੰਦਰੇ ਗਏ ਹੈਗੇ ਆ, ਉਹ ਜਿਹੜੇ ਹਾਲਾਤ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਉਹ ਹਾਵ ਭਾਵ ਆ ਅੱਜ ਵੀ ਉਸੇ ਤਰ੍ਹਾਂ ਜਿਹੜੇ ਆ ਉਹ ਭਰੇ ਪਏ ਹੈਗੇ ਆ। ਅਤੇ ਅੱਜ ਇਸੇ ਵਿਸ਼ੇ 'ਤੇ ਗੱਲਬਾਤ ਕਰਨੀ ਸਾਡੇ ਦਰਮਿਆਨ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਖਾਲਸਾ ਸਾਡੇ ਨਾਲ ਮੁੜ ਤੋਂ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਜਿਵੇਂ ਆਪਾਂ ਹੁਣ ਜ਼ਿਕਰ ਕਰਕੇ ਹਟੇ ਹੈਗੇ ਆ ਵੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖ ਇਤਿਹਾਸ ਦੇ ਵਿੱਚ ਇੱਕ ਇਹੋ ਜਿਹਾ ਇਤਿਹਾਸ ਹੈ ਜਿਹੜਾ ਮੁੜ ਦੁਹਰਾਇਆ ਗਿਆ ਹੈਗਾ। ਗਾਥਾਵਾਂ ਜਿਹੜੀਆਂ ਸ਼ਹੀਦੀ ਦੀਆਂ ਗਾਥਾਵਾਂ ਹੈਗੀਆਂ ਬਾਬਾ ਬੰਦਾ ਸਿੰਘ ਬਹਾਦਰ ਹੋਣ ਦੀ ਸ਼ਹੀਦੀ ਹੁੰਦੀ ਹੈ, ਉਹ ਤੋਂ ਬਾਅਦ ਇਹੋ ਜਿਹੀ ਕੋਈ ਤਸੀਹੇਦਾਇਕ ਜਿਹੜੀ ਘਟਨਾ ਹੈਗੀ ਹੈ ਜਾਂ ਇਹੋ ਜਿਹਾ ਕੋਈ ਤਸੀਹਾ ਜਿਹੜਾ ਸਿੱਖ ਕੌਮ ਨੂੰ ਨਹੀਂ ਦਿੱਤਾ ਗਿਆ, ਉਹ ਹਾਲਾਤ ਵੀ ਸਿੱਖ ਕੌਮ ਨੇ ਦੇਖੇ ਹੈਗੇ ਆ। ਪਰ 20ਵੀਂ ਸਦੀ ਵਿੱਚ ਜਿਹਨੂੰ ਕਹਿੰਦੇ ਵੀ ਲੋਕਤੰਤਰ ਡੈਮੋਕ੍ਰੇਸੀ ਦਾ ਯੁੱਗ ਹੈਗਾ ਆ, ਮਾਨਵਤਾ ਦੀਆਂ ਗੱਲਾਂ ਹੁੰਦੀਆਂ, ਹਿਊਮਨ ਰਾਈਟਸ ਦੀਆਂ ਗੱਲਾਂ ਹੁੰਦੀਆਂ, ਉਸ ਜ਼ਮਾਨੇ ਦੇ ਵਿੱਚ ਆ ਕੇ ਸਿੱਖਾਂ ਦਾ ਕੇਂਦਰੀ ਸਥਾਨ ਜਿਹੜਾ ਹੈਗਾ ਆ ਉਹ ਫੌਜਾਂ ਦੇ ਬੰਦੂਕਾਂ ਦਾ, ਤੋਪਾਂ ਦਾ ਅਤੇ ਟੈਂਕਾਂ ਦਾ ਇੱਕ ਨਿਸ਼ਾਨਾ ਬਣ ਗਿਆ ਹੈਗਾ। ਇਹ ਸਾਰਾ ਜਿਹੜਾ ਘਟਨਾਕ੍ਰਮ ਵਾਪਰਿਆ ਕੀ ਕਾਰਨ ਸੀ, ਪਿਛੋਕੜ ਕੀ ਦੇਖਦੇ ਹੈਗੇ ਆ? ਭਾਈ ਸਾਹਿਬ ਜੀ, ਇਹ ਜੋ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ ਆਪਰੇਸ਼ਨ ਜੀ, ਇਹ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜੋ ਅਟੈਕ ਕੀਤਾ ਗਿਆ, ਫੌਜੀ ਕਾਰਵਾਈ ਕੀਤੀ ਗਈ, ਉਹਨਾਂ ਨੇ ਇਹਦਾ ਕੋਡ ਵਰਡ ਰੱਖਿਆ ਸੀ ਬਲੂ ਸਟਾਰ ਆਪਰੇਸ਼ਨ। ਅਤੇ ਵੈਸੇ ਸਿੱਖ ਪੰਥ ਇਸ ਨੂੰ ਘੱਲੂਘਾਰੇ ਦੇ ਤੌਰ ਦੇ ਉੱਤੇ ਮਨਾਉਂਦਾ ਹੈ। ਘੱਲੂਘਾਰਾ ਜਿਵੇਂ ਕਿ ਸਿੱਖ ਜਗਤ ਨੇ ਪਹਿਲਾਂ ਵੀ ਹੰਢਾਏ ਆ, ਮੁਗਲਾਂ ਦੇ ਕਾਲ ਦੇ ਵਿੱਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਕਰ ਦਿੱਤੇ ਗਏ ਸੀ, ਬੱਚਿਆਂ ਨੂੰ ਔਰਤਾਂ ਨੂੰ ਮਾਰ ਦਿੱਤਾ ਗਿਆ ਸੀ। ਅਤੇ ਵੱਡੇ ਘੱਲੂਘਾਰੇ ਦੌਰਾਨ ਤਾਂ ਬਹੁਤ ਗਿਣਤੀ ਦੇ ਹੀ ਸਿੰਘ ਬਚ ਗਏ ਸੀ। ਉਸੇ ਤਰ੍ਹਾਂ ਇਹ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਭਾਰਤ ਸਰਕਾਰ ਵੱਲੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਆਪਣੀਆਂ ਫੌਜਾਂ ਦੀ ਵਰਤੋਂ ਕਰਦੇ ਹੋਏ ਇੱਕ ਵੱਡਾ ਘੱਲੂਘਾਰਾ ਕੀਤਾ ਗਿਆ, ਤਾਂ ਕਿ ਸਿੱਖਾਂ ਨੂੰ ਜਿਵੇਂ ਮੁਗਲ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਉਸੇ ਤਰ੍ਹਾਂ ਆਜ਼ਾਦ ਭਾਰਤ ਦੇ ਵਿੱਚ ਭਾਰਤੀ ਹਕੂਮਤ ਸਿੱਖਾਂ ਨੂੰ ਇਹ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਅਸੀਂ ਤੁਹਾਡੇ ਨਾਲ ਕਿਸ ਹੱਦ ਤੱਕ ਜਾ ਸਕਦੇ ਹਾਂ। ਤੁਸੀਂ ਆਪਣੀ ਹੱਕਾਂ ਹਿੱਤਾਂ ਦੀ ਗੱਲ ਨੂੰ, ਆਵਾਜ਼ ਨੂੰ ਜਦੋਂ ਵੀ ਤੁਸੀਂ ਉਠਾਓਗੇ, ਤੁਹਾਨੂੰ ਇਸੇ ਤਰ੍ਹਾਂ ਕੁਚਲ ਦਿੱਤਾ ਜਾਵੇਗਾ। ਅਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਹਫ਼ਤਾ ਵੀ ਸਿੱਖ ਜਗਤ ਨੂੰ ਘੱਲੂਘਾਰਾ ਹਫ਼ਤਾ ਦੇ ਤੌਰ ਦੇ ਉੱਤੇ ਮਨਾਉਂਦਾ ਆ। ਅਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ
ਸੋਗਮਈ ਵੀ ਹੈ, ਇਹ ਸਾਡੇ ਵਾਸਤੇ ਸੰਘਰਸ਼ਮਈ ਵੀ ਹੈ, ਇਹ ਸਾਡੇ ਵਾਸਤੇ ਇੱਕ ਜੋਸ਼ੀਲਾ ਵੀ ਹੈ ਕਿ ਸਾਡੇ ਸਿੱਖਾਂ ਨੇ ਕਿਵੇਂ ਭਾਰਤੀ ਹਕੂਮਤ ਦੇ ਜੋ ਉਸ ਦਾ ਮਾਣ ਸੀ, ਭਾਰਤੀ ਫੌਜ ਜਿਹੜੀ ਵਰਲਡ ਦੀਆਂ ਵਧੀਆ ਫੌਜਾਂ ਦੇ ਵਿੱਚੋਂ ਅਖਵਾਉਂਦੀ ਸੀ, ਉਸ ਦੇ ਕਿਵੇਂ ਛੱਕੇ ਛੜਾਏ, ਉਸ ਦਾ ਕਿਵੇਂ ਡਟਵਾਂ ਮੁਕਾਬਲਾ ਕੀਤਾ। ਇਹ ਵੀ ਇਤਿਹਾਸ ਦੇ ਵਿੱਚ, ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਸੁਨਹਿਰੀ ਵਰਕੇ ਦੇ ਤੌਰ ਦੇ ਉੱਤੇ ਜੁੜ ਗਿਆ ਕਿ ਵਰਲਡ ਦੀ ਕਹਿੰਦੀ ਕਹਾਉਂਦੀ ਫੌਜ, ਉਸ ਦਾ ਟਾਕਰਾ ਕੁਝ ਮੁੱਠੀ ਭਰ ਸਿੰਘਾਂ ਨੇ ਕਿਵੇਂ ਕੀਤਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆਪਾਂ ਜਦੋਂ ਪੜ੍ਹਦੇ ਹਾਂ ਕਿ ਚਮਕੌਰ ਦੀ ਗੜੀ ਦੀ ਜੋ ਲੜਾਈ ਹੋਈ ਸੀ, ਬਿਲਕੁਲ ਉਸੇ ਤਰ੍ਹਾਂ ਸਿੱਖਾਂ ਨੇ ਉਸ ਇਤਿਹਾਸ ਨੂੰ ਦੁਹਰਾਇਆ। ਬਾਹਰ ਇੰਡੀਅਨ ਫੌਜ ਲੱਗੀ ਹੋਈ ਸੀ ਅਤੇ ਕੁਝ ਮੁੱਠੀ ਭਰ ਸਿੱਖਾਂ ਨੇ, ਕੁਝ ਗਿਣਵੇਂ ਚੁਣਵੇਂ 150-200 ਸਿੰਘਾਂ ਨੇ ਕਿਵੇਂ ਉਸ ਫੌਜ ਦਾ ਮੁਕਾਬਲਾ ਕੀਤਾ। ਇਹ ਇਤਿਹਾਸ ਦੇ ਸੁਨਹਿਰੀ ਵਰਕਿਆਂ ਦੇ ਉੱਤੇ ਚਲਾ ਗਿਆ ਅਤੇ ਸਿੱਖ ਕੌਮ ਇਸ ਨੂੰ ਜੋਸ਼ੀਲੇ ਰੂਪ ਦੇ ਵਿੱਚ ਵੀ ਲੈਂਦੀ ਆ ਅਤੇ ਇਸ ਗੱਲ 'ਤੇ ਵੀ ਰਹਿੰਦੀ ਆ ਕਿ ਕਿਵੇਂ ਵਸਾਹ ਸਾਡੇ ਨਾਲ ਕੀਤਾ ਗਿਆ ਸਿੱਖ ਕੌਮ ਦੇ ਨਾਲ, ਜਿਸ ਨੇ ਆਜ਼ਾਦੀ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਨੂੰ ਛੱਡ ਕੇ ਗਿਆ, ਧਰਮਾਂ ਦੇ ਨਾਂ ਦੇ ਉੱਤੇ ਦੇਸ਼ ਦੇ ਦੋ ਹਿੱਸੇ ਹੋਏ, ਭਾਰਤ ਬਣਿਆ, ਪਾਕਿਸਤਾਨ ਬਣਿਆ, ਪਰ ਸਿੱਖਾਂ ਨੇ ਆਪਣੀ ਹੋਣੀ ਨੂੰ ਭਾਰਤ ਦੇ ਨਾਲ ਜੋੜਿਆ। ਪਰ ਉਹ ਜੋ ਵਸਾਹ ਘਾਤ ਜੋ ਭਾਰਤ ਹਕੂਮਤ ਨੇ ਸਿੱਖਾਂ ਦੇ ਨਾਲ ਕੀਤਾ, ਇਹ ਵੀ ਸਿੱਖਾਂ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ। ਤੁਸੀਂ ਜ਼ਿਕਰ ਕੀਤਾ ਹੈ ਵੀ ਜਿਵੇਂ ਪਾਕਿਸਤਾਨ ਬਣਿਆ ਮੁਸਲਿਮ ਆਬਾਦੀਵਾਦ ਤੇ ਹਿੰਦੂ ਆਬਾਦੀਵਾਦ ਤੇ ਭਾਰਤ ਦੇਸ਼ ਦਾ ਜਿਹੜਾ ਨਿਰਮਾਣ ਕੀਤਾ ਗਿਆ, ਉਸ ਵੇਲੇ ਜਿਹੜੇ ਅੰਗਰੇਜ਼ ਜਦੋਂ ਜਾਣ ਲੱਗਿਆ ਤਾਂ ਸਿੱਖਾਂ ਵਾਸਤੇ ਵੀ ਉਹਨਾਂ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਵੀ ਇੱਕ ਵੱਖਰਾ ਜਿਹੜਾ ਸਿੱਖ ਰਾਜ ਜਿਹੜਾ ਆ ਉਹ ਬਣਾਇਆ ਜਾਊਗਾ। ਅਤੇ ਉਸ ਵੇਲੇ ਜਿਹੜੇ ਸਾਡੇ ਸਿੱਖ ਲੀਡਰਸ਼ਿਪ ਸੀਗੇ, ਉਹਨਾਂ ਦੀ ਉਸ ਵੇਲੇ ਜਿਹੜੀ ਕਰਨੀ ਆ ਉਹ ਜਿਹੜੇ ਦੇਸ਼ ਭਾਰਤ ਦੇ ਨੁਮਾਇੰਦੇ ਸੀਗੇ, ਮਹਾਤਮਾ ਗਾਂਧੀ ਜਾਂ ਨਹਿਰੂ ਹੋਣੀ ਸੀਗੇ, ਉਹਦੇ ਨਾਲ ਜੁੜ ਕੇ ਉਹਨਾਂ ਨੇ ਆਪਣਾ ਮੁਸਤਕਬਲ ਜਿਹੜਾ ਆ, ਆਪਣਾ ਜਿਹੜਾ ਭਵਿੱਖ ਆ ਉਹ ਭਾਰਤ ਦੇਸ਼ ਦੇ ਨਾਲ ਜੋੜਿਆ। ਇਹਨੂੰ ਕਿੱਦਾਂ ਦੇਖਦੇ ਆ? ਦੇਖੋ ਜੀ, ਇਤਿਹਾਸ ਦੇ ਵਿੱਚ ਜਿਵੇਂ ਰਿਹਾ, ਜਦੋਂ ਸਿੱਖ ਪੰਥ ਦੀ, ਖਾਲਸਾ ਪੰਥ ਦੀ ਜੋ ਪ੍ਰਕਾਸ਼ਮਾਨ ਹੋਇਆ ਇਸ ਧਰਤੀ ਦੇ ਉੱਤੇ, ਉਸ ਵੇਲੇ ਇਸ ਧਰਤੀ ਦੇ ਉੱਤੇ ਮੁਗਲਾਂ ਦਾ ਰਾਜ ਸੀ। ਸਿੱਖਾਂ ਨੇ ਮੁਗਲ ਹਕੂਮਤ ਦਾ ਟਾਕਰਾ ਬੜੇ ਜੋਸ਼ੀਲੇ ਰੂਪ ਦੇ ਵਿੱਚ ਕੀਤਾ। ਇੱਥੇ ਹਿੰਦੂਆਂ ਦਾ ਕਦੇ ਰਾਜ ਨਹੀਂ ਸੀ ਰਿਹਾ। ਇਸ ਕਰਕੇ ਸਿੱਖਾਂ ਦੀ ਹਿੰਦੂਆਂ ਦੇ ਨਾਲ ਕਾਫੀ ਸਾਂਝ ਬਣੀ ਰਹੀ। ਵੈਸੇ ਤਾਂ ਸਿੱਖਾਂ ਦੀ ਮੁਸਲਮਾਨਾਂ ਦੇ ਨਾਲ ਵੀ ਬਹੁਤ ਸਾਂਝ ਸੀ, ਪਰ ਹਿੰਦੂਆਂ ਦੇ ਨਾਲ ਵੀ ਚੰਗੀ ਸਾਂਝ ਸੀ। ਸਿੱਖ ਤਾਂ ਸਰਬੱਤ ਦਾ ਭਲਾ ਮੰਗਣ ਵਾਲਾ ਹੈ। ਪਰ ਜਦੋਂ ਅੰਗਰੇਜ਼ ਨੇ ਇੱਕ ਕਮਿਊਨਲ ਅਵਾਰਡ ਲਿਆਂਦਾ ਸੀ, ਉਹ ਧਰਮਾਂ ਦੇ ਨਾਂ ਦੇ ਉੱਤੇ, ਧਰਮਾਂ ਦੀ ਗਿਣਤੀ ਦੇ ਆਧਾਰ ਦੇ ਉੱਤੇ ਦੇਸ਼ਾਂ ਦੀ ਵੰਡ ਕਰਨੀ ਸੀ, ਤਾਂ ਉਸ ਵੇਲੇ ਸਿੱਖਾਂ ਨੂੰ ਪਾਕਿਸਤਾਨ ਦੇ ਜੋ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਆ, ਉਹਨਾਂ ਨੇ ਵੀ ਸਿੱਖਾਂ ਨੂੰ ਆਫਰ ਕੀਤੀ ਸੀ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਆਓ ਕਿ ਅਸੀਂ ਤੁਹਾਡੇ ਵੰਡ ਦੇ ਹੱਕ, ਵੰਡ ਦੇ ਅਧਿਕਾਰ ਤੁਹਾਨੂੰ ਜ਼ਰੂਰ ਦੇਵਾਂਗੇ। ਇਸੇ ਤਰ੍ਹਾਂ ਭਾਰਤ ਦੇ ਜੋ ਉਸ ਵੇਲੇ ਦੇ ਲੀਡਰ ਸੀ, ਜੋ ਨੁਮਾਇੰਦਗੀ ਕਰਦੇ ਸੀ, ਜਿਵੇਂ ਤੁਸੀਂ ਦੱਸਿਆ ਕਾਂਗਰਸ ਦੇ ਲੀਡਰ ਸੀ ਮਹਾਤਮਾ ਗਾਂਧੀ ਜੀ ਅਤੇ ਸ਼੍ਰੀ ਜਵਾਹਰ ਲਾਲ ਨਹਿਰੂ ਜੀ, ਇਹਨਾਂ ਵੱਲੋਂ ਵੀ ਸਿੱਖਾਂ ਨੂੰ, ਸਿੱਖ ਆਗੂਆਂ ਨੂੰ ਪੂਰਾ ਭਰੋਸੇ ਦੇ ਵਿੱਚ ਇਹ ਲਿਆ ਗਿਆ ਕਿ ਤੁਹਾਡਾ, ਅਸੀਂ ਤੁਹਾਨੂੰ ਇੱਕ ਅਜਿਹੇ, ਮਹਾਤਮਾ ਗਾਂਧੀ ਨੇ ਤਾਂ ਇੱਕ ਐਲਾਨ ਵੀ ਕੀਤਾ ਸੀ ਕਿ ਸਿੱਖਾਂ ਨੂੰ ਭਾਰਤ ਵਿੱਚ ਇੱਕ ਅਜਿਹੇ ਖਿੱਤੇ ਦੇ ਵਿੱਚ ਇਹਨਾਂ ਨੂੰ ਵਸਾਇਆ ਜਾਏਗਾ ਜਾਂ ਇਹ ਜਿੱਥੇ ਕਿ ਇਹ ਆਜ਼ਾਦੀ ਦਾ ਨਿੱਘ ਮਾਣ ਸਕਣ। ਅਜਿਹੇ ਜਦੋਂ ਵਾਅਦੇ ਕੀਤੇ ਗਏ ਸਿੱਖਾਂ ਦੇ ਨਾਲ, ਤਾਂ ਸਿੱਖਾਂ ਨੇ ਇਹਨਾਂ ਲੀਡਰਾਂ ਦੇ ਉੱਤੇ ਵਿਸ਼ਵਾਸ ਕਰ ਲਿਆ। ਪਰ ਇਹ ਇੱਕ ਬਦਕਿਸਮਤੀ ਦੀ ਗੱਲ ਆ ਕਿ ਜਦੋਂ ਇਹ ਦੇਸ਼ ਆਜ਼ਾਦ ਹੋ ਗਿਆ, ਉਸ ਤੋਂ ਬਾਅਦ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਕੀਤੇ ਹੋਏ ਵਾਅਦੇ, ਜਿਹੜੇ ਕਿ ਉਹਨਾਂ ਨੇ ਸਿੱਖ ਆਗੂਆਂ ਦੇ ਨਾਲ ਕੀਤੇ ਹੋਏ ਸਨ, ਉਹਨਾਂ ਤੋਂ ਮੁਨਕਰ ਹੋ ਗਏ, ਉਹਨਾਂ ਨਾਲ ਵਿਸ਼ਵਾਸਘਾਤ ਕਰ ਗਏ। ਅਤੇ ਉਸ ਦਾ ਨਤੀਜਾ ਹੀ ਇਹ ਨਿਕਲਿਆ ਕਿ ਇਹ ਹੌਲੀ ਹੌਲੀ ਸਿੱਖਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪਣਪਣ ਲੱਗੀ। ਸਭ ਤੋਂ ਪਹਿਲਾਂ ਜਿਵੇਂ ਤੁਸੀਂ ਜੇ ਬਲਿਊ ਆਪਣੇ ਇਹ ਘੱਲੂ ਘਾਰੇ ਹਫਤੇ, ਤੀਜਾ ਘੱਲੂ ਘਰ ਆਪਾਂ ਇਹਨੂੰ ਬੋਲਦੇ ਹਾਂ, ਇਸ ਤੀਜੇ ਘੱਲੂ ਘਾਰੇ ਦੀ ਬੁਨਿਆਦ ਵੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਹਕੂਮਤ ਵੱਲੋਂ ਸਿੱਖਾਂ ਪ੍ਰਤੀ ਇੱਕ ਬੇਗਾਨਗੀ ਵਾਲਾ ਜਾਂ ਇੱਕ ਵਿਰੋਧੀ ਵਾਲਾ ਹੀ ਨਜ਼ਰੀਆ ਰੱਖਿਆ ਗਿਆ। ਆਜ਼ਾਦੀ ਤੋਂ ਤੁਰੰਤ ਬਾਅਦ ਜਿਵੇਂ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਗਿਆ, ਇਸ ਪ੍ਰਤੀ ਸਰਕੂਲੇਸ਼ਨ ਕੱਢਿਆ ਗਿਆ। ਇਹ ਵੀ ਇੱਕ ਸਿੱਖਾਂ ਨੂੰ
ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਵਾਲੀ ਗੱਲ ਸੀ। ਇਸੇ ਤਰ੍ਹਾਂ ਜਦੋਂ ਵੀ ਸਿੱਖਾਂ ਨੇ ਕੋਈ ਵੀ ਮੰਗ ਰੱਖੀ, ਚਾਹੇ ਭਾਰਤ ਦੇ ਬਾਕੀ ਸਾਰੇ ਸੂਬਿਆਂ ਵਿੱਚ ਭਾਸ਼ਾਵਾਂ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ, ਪਰ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਪੰਜਾਬੀ ਖਿੱਤੇ ਦੇ ਵਿੱਚ ਜਾਂ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ। ਜਦੋਂ ਸਿੱਖਾਂ ਨੇ ਜਾਂ ਪੰਜਾਬੀ ਬੋਲਣ ਵਾਲੇ ਲੀਡਰਾਂ ਨੇ ਇਹ ਆਵਾਜ਼ ਉਠਾਈ, ਉਸ ਵੇਲੇ ਵੀ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਸਿੰਘਾਂ ਦੇ ਉੱਤੇ, ਸਿੱਖਾਂ ਦੇ ਉੱਤੇ ਬਹੁਤ ਸਾਰੇ ਹਮਲੇ ਕੀਤੇ ਗਏ। ਗੁਰਦੁਆਰਿਆਂ ਦੇ ਵਿੱਚ ਪੁਲਿਸ ਵਾੜੀ ਗਈ, ਫੌਜਾਂ ਵਾੜੀਆਂ ਗਈਆਂ। ਉਸ ਵੇਲੇ ਵੀ ਇਹ ਇਸੇ ਤਰ੍ਹਾਂ ਇੱਕ ਬੇਗਾਨਗੀ ਦੀ ਭਾਵਨਾ ਹੀ ਸੀ, ਜਿਸ ਇਹਨਾਂ ਨੀਹਾਂ ਇੱਕ ਲੜੀ ਹੀ ਚੱਲ ਰਹੀ ਸੀ, ਸਮਝ ਲਓ, ਕਿ ਜਿਸ ਦੇ ਵਿੱਚ ਸਿੱਖਾਂ ਨੂੰ ਦੋਮ ਦਰਜੇ ਦੇ, ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਵੱਲ ਕਦਮ ਪੁੱਟੇ ਗਏ ਸੀ। ਇਹ ਇੱਕ, ਫਿਰ ਤੁਹਾਡੇ ਸਵਾਲ ਦਾ ਜਵਾਬ ਇਹੀ ਆ ਕਿ ਸਿੱਖਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋਣ ਕਰਕੇ ਸਿੱਖਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਭਰੀ ਗਈ, ਅਤੇ ਉਸੇ ਨੂੰ ਹੀ ਅਮਲੀ ਰੂਪ ਦੇਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਘੱਲੂ ਘਰ ਆਇਆ, ਜੋ ਸਾਕਾ ਨੀਲਾ ਤਾਰਾ ਆ, ਇਹ ਵਾਪਰੇ। ਬੜੇ ਵਿਸਥਾਰ ਨਾਲ ਤੁਸੀਂ ਦੱਸਿਆ ਹੈ ਕਿ ਕਿਵੇਂ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਹਾਲਾਤ ਆ ਉਹ ਬਦਲੇ ਹੈਗੇ ਆ। ਜਿਨ੍ਹਾਂ ਨੂੰ ਆਜ਼ਾਦੀ ਦਾ ਨਿੱਘ ਮਾਣਨ ਦੇ ਵਾਅਦੇ ਕੀਤੇ ਗਏ ਸੀ ਕਿਸੇ ਸਮੇਂ, ਉਹਨਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਜਿਹੜੇ ਖਿਤਾਬ ਉਹ ਦੇ ਕੇ ਨਵਾਜ਼ ਦਿੱਤਾ ਗਿਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਜਿਹੜਾ ਸਿੱਖਾਂ ਦਾ ਯੋਗਦਾਨ ਹੈਗਾ ਉਹ 90% ਦੇ ਕਰੀਬ ਜਿਹੜੀਆਂ ਕੁਰਬਾਨੀਆਂ ਸੀਗੀਆਂ, ਪਰ ਉਹਦੇ ਬਾਵਜੂਦ ਵੀ ਜਿਹੜਾ ਉਹਨਾਂ ਦੀ ਬਣਦੀ ਨੁਮਾਇੰਦਗੀ ਸੀਗੀ ਸਿੱਖਾਂ ਦੀ, ਉਹਦੇ ਦੇਖਦੇ ਹਾਂ ਵੀ ਆਜ਼ਾਦੀ ਤੋਂ ਬਾਅਦ ਇਹ ਜਿਹੜਾ ਸੰਘਰਸ਼, ਇੱਕ ਤਾਂ ਆਜ਼ਾਦੀ ਦੇ ਲਈ ਸੰਘਰਸ਼ ਅਸੀਂ ਕੀਤਾ ਸਿੱਖਾਂ ਵੱਲੋਂ, ਉਹ ਤੋਂ ਬਾਅਦ ਇਹ ਜਿਹੜਾ ਸੰਘਰਸ਼ ਆ ਥੰਮਿਆ ਨਹੀਂ। ਪੰਜਾਬੀ ਭਾਸ਼ਾ ਦਾ ਜਿਹੜਾ ਮੋਰਚਾ ਲੱਗ ਗਿਆ, ਉਸ ਤੋਂ ਬਾਅਦ ਸਾਡਾ ਮੋਰਚਾ ਲੱਗ ਗਿਆ, ਧਰਮ ਯੁੱਧ ਮੋਰਚਾ ਕਦੀ ਲੱਗ ਗਿਆ, ਕਦੀ ਅਨੰਦਪੁਰ ਸਾਹਿਬ ਦਾ ਮੋਰਚਾ ਲੱਗ ਗਿਆ। ਇਹ ਲੜਾਈਆਂ ਲਗਾਤਾਰ ਚੱਲਦੀਆਂ ਰਹੀਆਂ। ਇਹ ਜਿਹੜਾ ਸੰਘਰਸ਼ ਹੈਗਾ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ 1984 ਤੱਕ ਦੇ ਜਿਹੜੇ ਮੋਰਚੇ ਲੱਗੇ ਆ ਜਾਂ ਜਿਹੜੀਆਂ ਸੰਘਰਸ਼ ਚੱਲਿਆ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਮੈਂ ਭਾਈ ਸਾਹਿਬ ਜੀ, ਜਿਵੇਂ ਪੰਜਾਬੀ ਸੂਬੇ ਦੇ ਮੋਰਚੇ ਬਾਰੇ ਤਾਂ ਥੋੜ੍ਹੀ ਜਿਹੀ ਗੱਲ ਕਰ ਚੁੱਕਾ ਜੀ, ਪਰ ਜੇ ਆਪਾਂ ਸਾਕਾ ਨੀਲਾ ਤਾਰਾ ਨਾਲ ਹੀ ਸੰਬੰਧਿਤ ਗੱਲ ਨੂੰ ਗਾਂਹ ਤੋਰੀਏ ਤਾਂ ਇਹਦੇ ਵਿੱਚ ਧਰਮ ਯੁੱਧ ਮੋਰਚੇ ਦਾ ਵਿਖਿਆਨ ਬਹੁਤ ਜ਼ਰੂਰੀ ਆ। ਧਰਮ ਯੁੱਧ ਮੋਰਚਾ ਵੀ ਜਦੋਂ ਹੋਂਦ ਵਿੱਚ ਆਇਆ, ਉਹ ਇਸੇ ਕਰਕੇ ਆਇਆ ਕਿ ਪੰਜਾਬ ਦੇ ਨਾਲ ਸੈਂਟਰ ਸਰਕਾਰ ਵੱਲੋਂ, ਦਿੱਲੀ ਦੀ ਸਰਕਾਰ ਦੇ ਵੱਲੋਂ ਹਮੇਸ਼ਾ ਧੱਕਾ ਕੀਤਾ ਗਿਆ, ਖਾਸ ਕਰ ਪਾਣੀਆਂ ਦੇ ਮੁੱਦੇ ਦੇ ਉੱਤੇ। ਸਭ ਤੋਂ ਇਹ ਪਹਿਲਾਂ ਇਹ ਕਪੂਰੀ ਮੋਰਚਾ ਲੱਗਾ ਸੀ ਜੀ। ਇਹ ਨਹਿਰ ਜੋ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਜਾਂਦਾ ਸੀ, ਉਹਨੂੰ ਰੋਕਣ ਦੇ ਵਾਸਤੇ ਪੰਜਾਬ ਦੇ ਲੋਕਾਂ ਵੱਲੋਂ, ਪੰਜਾਬ ਦੇ ਸਿੱਖ ਲੀਡਰਾਂ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਆਵਾਜ਼ ਉਠਾਈ ਗਈ ਸੀ। ਉਸ ਮੋਰਚੇ ਦੇ ਵਿੱਚ, ਕਪੂਰੀ ਮੋਰਚੇ ਦੇ ਵਿੱਚ ਲਗਭਗ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸੀ ਕਾਂਗਰਸ ਨੂੰ ਛੱਡ ਕੇ, ਪਰ ਉਹ ਬਾਕੀ ਭੱਜ ਗਈਆਂ। ਅਖੀਰ 'ਚ ਸ਼੍ਰੋਮਣੀ ਅਕਾਲੀ ਦਲ ਰਹਿ ਗਿਆ, ਅਤੇ ਫਿਰ ਇਹਨਾਂ ਨੇ ਇਸ ਨੂੰ ਧਰਮ ਯੁੱਧ ਮੋਰਚੇ ਦਾ ਨਾਂ ਦੇ ਦਿੱਤਾ। ਇਸ ਵਿੱਚ ਪੰਜਾਬ ਦੀਆਂ ਹੋਰ ਜੋ ਮੁੱਖ ਲੋੜਾਂ ਸੀਆਂ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ, ਅਤੇ ਫਿਰ ਇਹ 1982 ਦੇ ਵਿੱਚ ਇਹ ਧਰਮ ਯੁੱਧ ਮੋਰਚੇ ਨਾਲ ਜੋ ਸ਼ੁਰੂ ਕਰ ਦਿੱਤਾ ਗਿਆ। ਆਪਾਂ ਜਾਣਦੇ ਹਾਂ ਸਾਰੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੋਂ ਸਾਡੇ ਆਪਣੇ ਵੀ ਇਲਾਕਿਆਂ ਦੇ ਵਿੱਚ ਧਰਮ ਯੁੱਧ ਮੋਰਚੇ ਦੌਰਾਨ ਉਸ ਸਮੇਂ ਦੇ ਜੋ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ, ਉਹ ਹੁਮ-ਹੁਮਾ ਕੇ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀਆਂ ਦਿੰਦੇ ਰਹੇ। ਬਹੁਤ ਹਜ਼ਾਰਾਂ ਗ੍ਰਿਫਤਾਰੀਆਂ ਹੋਈਆਂ, ਸੈਂਕੜੇ ਸਿੰਘ ਮਾਰੇ ਗਏ। ਇਹ ਧਰਮ ਯੁੱਧ ਮੋਰਚੇ ਦਾ ਜੋ ਨੁਕਸਾਨ ਸਿੱਖਾਂ ਨੇ ਹੀ, ਆਪਾਂ ਇਹ ਕਹਿ ਸਕਦੇ ਹਾਂ, ਜੋ ਸਿੱਖਾਂ ਨੇ ਹੀ ਇਹ ਹੰਢਾਇਆ, ਇਹ ਸੀ। ਪਰ ਅਖੀਰ ਦੇ ਵਿੱਚ ਜਦੋਂ ਦੇਖਿਆ ਵੀ ਇਹ ਗੱਲ ਨਹੀਂ ਬਣਦੀ, ਤਾਂ ਇਸ ਦੇ ਵਿੱਚ ਉਸ ਸਮੇਂ ਦੇ ਧਾਰਮਿਕ ਆਗੂ, ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਸ ਧਰਮ ਯੁੱਧ ਮੋਰਚੇ ਦੇ ਵਿੱਚ ਆ ਰਲੇ। ਉਹਨਾਂ ਨੇ ਰਲ ਕੇ ਇਹ ਇੱਕ ਮੁਹਿੰਮ ਵਿੱਢੀ ਕਿ ਆਪਾਂ ਧਰਮ ਯੁੱਧ ਮੋਰਚੇ ਦੌਰਾਨ ਯੋਗਦਾਨ ਪਾਉਂਦੇ ਹੋਏ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਹੈ, ਇਸ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਆਪਣੇ ਜਥੇ ਦੇ ਵੱਲੋਂ ਵੀ ਅਤੇ ਆਮ ਲੋਕਾਂ ਨੂੰ ਵੀ ਇਹ ਪ੍ਰਚਾਰ ਕਰਕੇ ਇਸ ਧਰਮ ਯੁੱਧ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ। ਤੁਸੀਂ ਭਾਈ ਸਾਹਿਬ ਜ਼ਿਕਰ ਕੀਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਪੰਜਾਬੀ ਦੀ ਜਿਹੜੀ ਆਪਾਂ ਕਹਿੰਦੇ ਸਿੱਖ ਸਿਆਸਤ ਹੈਗੀ ਜਾਂ ਪੰਜਾਬ ਦੀ ਜਿਹੜੀ ਸਿਆਸਤ ਹੈ, ਉਹਦੇ ਵਿੱਚ ਕੇਂਦਰੀ ਧੁਰਾ ਜਿਹੜੀ ਆ ਅਕਾਲੀ ਲੀਡਰਸ਼ਿਪ ਰਹੀ ਹੈਗੀ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੰਜਾਬ ਦੀ ਸਿਆਸਤ ਵਿੱਚ, ਰਾਜਨੀਤੀ ਦੇ ਵਿੱਚ ਦਾਖਲਾ, ਕਿਉਂਕਿ ਜਿਹੜੀ ਦਮਦਮੀ ਟਕਸਾਲ ਆ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਆ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਇਆ, ਉਹਨਾਂ ਦਾ ਜਿਹੜਾ ਮੁੱਖ ਮੁੱਦਾ ਜਾਂ ਕਹਿ ਦਈਏ ਵੀ ਕੰਮ ਸੀਗਾ, ਉਹ ਗੌਰਮੈਂਟ ਦੇ ਪ੍ਰਚਾਰ ਦਾ ਜ਼ਿਆਦਾ ਰਿਹਾ ਸੀਗਾ।
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਪ੍ਰਚਾਰ ਦੇ ਨਾਲ ਸਿੱਖ ਸਿਆਸਤ ਵਿੱਚ, ਰਾਜਨੀਤੀ ਵਿੱਚ ਜਦੋਂ ਉਹਨਾਂ ਦਾ ਦਾਖਲਾ ਹੁੰਦਾ, ਕਿਵੇਂ ਹੁੰਦਾ, ਕੀ ਕਾਰਨ ਬਣਦੇ ਆ, ਤੇ ਕਹਿੰਦੇ ਕੇਂਦਰੀ ਤੋਂ ਇੱਕ ਤਰ੍ਹਾਂ ਦਾ ਉਹ ਬਣ ਜਾਂਦੇ ਆ ਸਿਆਸਤ ਦੇ ਵਿੱਚ। ਉਹਨਾਂ ਦਾ ਆਉਣਾ ਕਿਵੇਂ ਹੁੰਦਾ ਆ, ਤੇ ਉਹ ਕਿਵੇਂ ਰਾਜਨੀਤੀ ਵਿੱਚ ਆਪਣਾ ਜਿਹੜਾ ਇਹ ਸਥਾਨ ਗ੍ਰਹਿਣ ਕਰਦੇ ਆ। ਭਾਈ ਸਾਹਿਬ ਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹ ਇੱਕ ਧਾਰਮਿਕ ਆਗੂ ਸਨ। ਦਮਦਮੀ ਟਕਸਾਲ ਦੇ 14ਵੇਂ ਮੁਖੀ ਹੋਏ ਹਨ, ਜਿਨ੍ਹਾਂ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਤੇ ਆਮ ਸਿੱਖਾਂ ਨੂੰ, ਲੋਕਾਂ ਨੂੰ ਸਿੱਖੀ ਨਾਲ ਜੋੜਦੇ ਹੋਏ ਅੰਮ੍ਰਿਤ ਛਕਾ ਕੇ ਸਿੰਘ ਸਜਾਉਣਾ ਤੇ ਗੁਰਬਾਣੀ ਦੇ ਨਾਲ ਜੋੜਨਾ ਤੇ ਗੁਰੂ ਦੇ ਲੜ ਲਾਉਣਾ, ਇਹੀ ਕੰਮ ਸੀ। ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਕਈ ਅਜਿਹੇ ਭਾਣੇ ਵਾਪਰੇ ਜਿਨ੍ਹਾਂ ਦੇ ਕਾਰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਈ ਤੇ ਉਹ ਸਾਰੀ ਦੁਨੀਆ ਦੇ ਸਾਹਮਣੇ ਉਹ ਆ ਗਏ। ਜਿਵੇਂ ਕਿ ਖਾਸ ਕਰ ਨਿਰੰਕਾਰੀ ਕਾਂਡ ਜੋ ਹੋਇਆ ਸੀ, ਨਿਰੰਕਾਰੀ ਕਾਂਡ ਜੋ ਹੋਇਆ ਸੀ, ਉਸ ਦੇ ਵਿੱਚ ਜੋ ਨਿਰੰਕਾਰੀ ਧਰਮ ਵਾਲੇ ਸੀਗੇ ਜਾਂ ਮਿਸ਼ਨ ਵਾਲੇ ਸੀਗੇ, ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਸਾਹਿਬਾਨ ਦਾ ਤੇ ਸਿੱਖਾਂ ਦਾ ਜੋ ਉਹ ਨਿਰਾਦਰ ਕਰਦੇ ਸੀ, ਇਸ ਦੇ ਪ੍ਰਤੀ ਜੋ ਆਵਾਜ਼ ਉਠਾਈ ਸਿੱਖਾਂ ਦੇ ਵੱਲੋਂ, ਉਸ ਦਾ ਵਿਰੋਧ ਕੀਤਾ ਗਿਆ। ਪਰ ਮੌਕੇ ਦੀ ਉਸ ਸਮੇਂ ਦੀ ਸਰਕਾਰ, ਜੋ ਦੁੱਖ ਨਾਲ ਹੀ ਕਹਿਣਾ ਪੈ ਰਿਹਾ ਕਿ ਉਸ ਸਮੇਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ 1978 ਦੇ ਵਿੱਚ, ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਉਸ ਸ਼ਖਸ ਨੂੰ ਜਾਂ ਤਾਂ ਦਿੱਲੀ ਦੇ ਪ੍ਰਭਾਵ ਅਧੀਨ ਸੀ ਜਾਂ ਆਪੇ ਉਹਨਾਂ ਦੀ ਇਹ ਮਨਸ਼ਾ ਨਾਲ ਰਲੀ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦਾ ਜੋ ਆਪਣਾ ਧਾਰਮਿਕ ਪ੍ਰੋਗਰਾਮ ਕਰਦੇ ਸੀ ਜਾਂ ਆਪਣਾ ਪ੍ਰੋਗਰਾਮ ਕਰਦੇ ਸੀ, ਉਹ ਹੋਣ ਦੀ ਆਗਿਆ ਦੇ ਦਿੱਤੀ। ਜਦੋਂ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਸ਼ਾਂਤਮਈ ਸਿੱਖਾਂ ਦੇ ਉੱਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਤੇ ਉਸ ਦੇ ਵਿਰੁੱਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਵਾਜ਼ ਜ਼ਰੂਰ ਉਠਾਈ ਸੀ ਕਿ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਸਾਡੇ ਗੁਰੂ ਸਾਹਿਬਾਨ ਦੀ ਅਪਮਾਨਜਨਕ ਸ਼ਬਦ ਵਰਤੇ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਜਾਂਦਾ ਹੈ, ਕਿ ਇਸ ਦਾ ਬਦਲਾ ਲੈਣ ਵਾਸਤੇ ਜਾਂ ਇਸ ਗੱਲ ਨੂੰ ਖਤਮ ਕਰਨ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਵਾਜ਼ ਉਠਾਈ ਤੇ ਉਹ ਸਾਹਮਣੇ ਆਏ। ਤੇ ਉਸ ਸਮੇਂ ਦੌਰਾਨ ਹੀ ਪੰਜਾਬ ਦੇ ਜੋ ਸਿੱਖ ਨੌਜਵਾਨ ਸੀ, ਉਹਨਾਂ ਨੇ ਬੀੜਾ ਵੱਢਿਆ ਕਿ ਨਿਰੰਕਾਰੀਆਂ ਦਾ ਉਹਨਾਂ ਦਾ ਬਦਲਾ ਲੈਣ ਦੇ ਵਾਸਤੇ ਨਿਰੰਕਾਰੀਆਂ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਸੋਧਦੇ ਰਹੇ। ਤੇ ਖਾਸ ਕਰ ਉਹਨਾਂ ਦਾ ਜੋ ਮੁਖੀ ਸੀ ਗੁਰਬਚਨ ਸਿੰਘ, ਉਸ ਨੂੰ ਸੋਧਣ ਦੇ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਰੂਰ ਐਲਾਨ ਕਰਦੇ ਰਹੇ। ਤੇ ਜਦੋਂ ਉਸ ਨੂੰ ਸੋਧ ਦਿੱਤਾ ਗਿਆ, ਨਰਕਾਂ ਨੂੰ ਪਹੁੰਚਾ ਦਿੱਤਾ ਗਿਆ, ਤਾਂ ਉਦੋਂ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਨੇ ਇਸ ਨੂੰ ਸੋਧਿਆ ਆ ਕਿ ਜੇ ਉਹ ਮੇਰੇ ਕੋਲ ਆਉਣਗੇ ਤਾਂ ਮੈਂ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰੂੰਗਾ। ਤੇ ਇਹੋ ਜਿਹੇ ਐਲਾਨ ਕੀਤੇ। ਤੇ ਇਹ ਅਜਿਹੀਆਂ ਹੀ ਗੱਲਾਂ ਹੋਣ ਦੇ ਕਾਰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਹੌਲੀ ਹੌਲੀ ਇੱਕ ਰਾਜਨੀਤੀ ਦੇ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਆਉਣਾ ਸ਼ੁਰੂ ਹੋ ਗਿਆ। ਵੈਸੇ ਉਹ ਇੱਕ ਧਾਰਮਿਕ ਸ਼ਖਸੀਅਤ ਸੀ, ਧਾਰਮਿਕ ਆਗੂ ਸੀ, ਉਹਨਾਂ ਦਾ ਕੰਮ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੀ ਸੀ। ਆਪਾਂ ਹੁਣ ਗੱਲ ਕਰ ਲੈਂਦੇ ਹਾਂ ਵੀ ਇੱਕ ਮੁਲਕ ਦੇ ਵਿੱਚ ਇੱਕ ਸ਼ਹਿਰੀ ਹੈਗੇ ਆ, ਅੰਮ੍ਰਿਤਸਰ ਸਿੱਖਾਂ ਦਾ ਪਵਿੱਤਰ ਸ਼ਹਿਰ ਹੈਗਾ ਆ, ਇਹ ਇਹੋ ਜਿਹਾ ਕੀ ਕਾਰਨ ਬਣ ਗਿਆ ਕਿ ਜਿਹੜੀ ਭਾਰਤ ਦੇਸ਼ ਦੀ ਦੁਨੀਆ ਦੀ ਕਹਿੰਦੇ ਮੰਨੀਆਂ ਪਰਮੰਨੀਆਂ ਫੌਜਾਂ ਵਿੱਚੋਂ ਇੱਕ ਆ, ਉਹ ਇੱਕ ਸਿੱਖਾਂ ਦੇ ਕੇਂਦਰੀ ਸਥਾਨ 'ਤੇ ਜਿਹੜੀ ਚੜ੍ਹ ਕੇ ਆ ਗਏ, ਉਹ ਕਿਹੋ ਜਿਹੇ ਹਾਲਾਤ ਬਣ ਗਏ? ਕੀ ਕਾਰਨ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇਹ ਮੁੱਖ ਕਾਰਨ ਕੀ ਸੀਗੇ ਵੀ ਜਿਹੜੀ ਫੌਜ ਨੂੰ ਵੀ ਇੱਕ ਹੋਰ ਜਿਹੜੇ ਤਰੀਕੇ ਨਹੀਂ ਹੋ ਸਕਦੇ ਸੀਗੇ, ਜੇ ਕੋਈ ਮਸਲਾ ਹੈਗਾ ਉਹਨੂੰ ਹੱਲ ਕਰਨ ਦਾ ਫੌਜ ਹੀ ਆਖਰੀ ਤਰੀਕਾ ਸੀਗਾ, ਕਾਰਨ ਕੀ ਸੀਗੇ ਉਹਦੇ? ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਜੀ। ਅਸਲ ਦੇ ਵਿੱਚ ਜਿਵੇਂ ਉਸ ਸਮੇਂ ਦੀ ਜੋ ਹਾਕਮ ਸੀ, ਕਾਂਗਰਸ ਦੀ ਪ੍ਰਧਾਨ, ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਉਸਨੇ ਇਹ ਤਹਈਆ ਹੀ ਕੀਤਾ ਹੋਇਆ ਸੀ ਵੀ ਆਪਾਂ ਸਿੱਖਾਂ ਨੂੰ ਸਭ ਕੁਝ ਸਿਖਾਉਣਾ। ਖਾਸ ਕਰ ਜਿਵੇਂ ਉਸਨੇ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਸੀ, ਐਮਰਜੈਂਸੀ ਦੌਰਾਨ ਵੀ ਸਿੱਖਾਂ ਨੇ ਹੀ ਸਭ ਤੋਂ ਵੱਧ ਉਸ ਦਾ ਵਿਰੋਧ ਕੀਤਾ ਸੀ। ਐਮਰਜੈਂਸੀ ਦੇ ਖਿਲਾਫ ਬਹੁਤ ਵੱਡੇ ਵੱਡੇ ਜਲੂਸ ਕੱਢ ਕੇ, ਨਗਰ ਕੀਰਤਨ ਕੱਢ ਕੇ ਉਹਨਾਂ ਨੇ ਉਹਦੀਆਂ ਧਾਰਾਵਾਂ ਦਾ ਉਲੰਘਣ ਕੀਤਾ ਸੀ ਤੇ ਉਸ ਨੂੰ ਚੈਲੰਜ ਕੀਤਾ ਸੀ ਕਿ ਅਸੀਂ ਤੇਰੀ ਇਸ ਐਮਰਜੈਂਸੀ ਦੀ ਕੋਈ ਪਰਵਾਹ ਨਹੀਂ ਕਰਦੇ। ਇੱਕ ਤਾਂ ਇਹ ਜੜ੍ਹਾਂ ਵੀ ਸੀਗੀਆਂ ਕਿ ਉਹ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਸੀ। ਦੂਸਰਾ, ਪੰਜਾਬ ਦੇ ਵਿੱਚ ਉਹਨਾਂ ਨੇ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਕਿ ਸਿੱਖਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ,
ਸਿੱਖਾਂ ਨੂੰ ਭੜਕਾਇਆ ਜਾਵੇ ਤੇ ਅਖੀਰ ਅਜਿਹੀ ਨੌਬਤ ਦੇ ਉੱਤੇ ਆਇਆ ਜਾਵੇ ਕਿ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਜਾਂ ਅਜਿਹਾ ਇੱਕ ਭਿਆਨਕ ਤਸ਼ੱਦਦ ਦਾ ਰੂਪ ਪੇਸ਼ ਕਰੀਏ ਸਭ ਦੇ ਸਾਹਮਣੇ, ਤਾਂ ਕਿ ਇਹਨਾਂ ਨੂੰ ਬਿਲਕੁਲ ਡਰਾ ਧਮਕਾ ਦਈਏ ਜਾਂ ਇਹ ਬਿਲਕੁਲ ਡਰ ਕੇ ਬੈਠ ਜਾਣ, ਕੁਸਕ ਨਾ ਸਕਣ, ਅਜਿਹੀ ਸਥਿਤੀ ਪੈਦਾ ਕਰ ਦਿੱਤੀ ਜਾਵੇ। ਇਹਦਾ ਮੁੱਖ ਕਾਰਨ ਇਹੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ 1 ਜੂਨ ਜਦੋਂ ਚੜ੍ਹਦੀ ਹੈਗੀ ਆ ਤੇ ਉਸ ਦਿਨ ਦੇ ਕੀ ਹਾਲਾਤ ਸੀਗੇ, ਕਿਹੋ ਜਿਹਾ ਮਾਹੌਲ ਸੀਗਾ, ਤੇ ਜਦੋਂ ਗੋਲੀਬਾਰੀ ਸ਼ੁਰੂ ਕੀਤੀ ਜਾਂਦੀ ਆ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ, ਅਕਾਲ ਤਖਤ ਸਾਹਿਬ ਤੇ ਕਿਹੋ ਜਿਹਾ ਮਾਹੌਲ ਸੀਗਾ, ਤੇ ਕਿਹੜੀਆਂ ਘਟਨਾਵਾਂ ਜਿਹੜੀਆਂ 1 ਜੂਨ ਤੋਂ ਲੈ ਕੇ ਜਿਹੜੀਆਂ ਵਾਪਰਨੀਆਂ ਉਹ ਸ਼ੁਰੂ ਹੁੰਦੀਆਂ? ਕਿਉਂਕਿ ਆਪਾਂ ਜਿਹੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਇਤਿਹਾਸ ਹੈਗਾ ਆ ਉਸ 'ਤੇ ਪੂਰਾ ਵਿਸਤਾਰਪੂਰਵਕ ਆਪਾਂ ਚਾਹੁੰਦੇ ਹਾਂ ਚਰਚਾ ਕਰੀਏ, ਕਿਉਂਕਿ ਆਪਾਂ ਇਹਦੇ ਵਾਸਤੇ ਜੇ ਆਪਾਂ 1 ਤੋਂ ਲੈ ਕੇ 3 ਜੂਨ ਤੱਕ ਦੀ ਆਪਾਂ ਕੋਸ਼ਿਸ਼ ਕਰੀਏ ਘਟਨਾਵਾਂ ਦਾ ਚਰਚਾ ਕਰੀਏ, ਤੇ ਕੋਸ਼ਿਸ਼ ਕਰਾਂਗੇ ਅਗਲੇ ਅੰਕ ਦੇ ਵਿੱਚ ਜਿਹੜੀਆਂ ਅਗਲੇਰੀਆਂ ਘਟਨਾਵਾਂ ਉਹਨਾਂ 'ਤੇ ਵੀ ਆਪਾਂ ਚਾਨਣਾ ਪਾਈਏ। 1 ਜੂਨ ਤੋਂ ਲੈ ਕੇ 3 ਜੂਨ ਤੱਕ ਕਿਹੜੀਆਂ ਘਟਨਾਵਾਂ ਵਾਪਰੀਆਂ, ਕਿਹੜੇ ਸਿੰਘ ਉਹ 'ਚ ਸ਼ਹੀਦੀ ਪ੍ਰਾਪਤ ਕਰਦੇ ਆ? ਭਾਈ ਸਾਹਿਬ ਜੀ, ਇਹ ਜੋ ਸਾਕਾ ਨੀਲਾ ਤਾਰਾ ਦੀ ਕਾਰਵਾਈ ਕੀਤੀ ਗਈ ਹੈ, ਘੱਲੂਘਾਰਾ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਉੱਤੇ ਅਟੈਕ ਕੀਤਾ ਗਿਆ, ਇਹ ਉਸ ਸਮੇਂ ਦੀ ਹਾਕਮ ਬੀਬੀ ਦੀ ਬੜੀ ਦੇਰ ਤੋਂ ਬਣਾਈ ਗਈ ਇੱਕ ਨੀਤੀ ਦਾ ਹਿੱਸਾ ਹੀ ਸੀ। ਜਿਵੇਂ ਅੱਜ ਆਪਾਂ ਦੇਖਦੇ ਹਾਂ ਨਾ ਵੀ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ, ਪਰ ਉਹ ਅਖੀਰ ਤੱਕ ਇਹੀ ਕਹਿੰਦਾ ਰਿਹਾ ਕਿ ਮੈਂ ਯੂਕਰੇਨ ਉੱਤੇ ਹਮਲਾ ਨਹੀਂ ਕਰਨਾ, ਜਦ ਕਿ ਬਾਕੀ ਦੇ ਇੱਥੋਂ ਤੱਕ UNO ਦੇ ਵਿੱਚ ਵੀ ਜਾਂ ਬਾਕੀ ਦੇ ਦੇਸ਼ ਵੀ ਕਹਿੰਦੇ ਰਹੇ ਵੀ ਜ਼ਰੂਰ ਹਮਲਾ ਕਰੇਗਾ। ਉਸਨੇ ਪੂਰੀ ਤਿਆਰੀ ਕੀਤੀ ਹੋਈ ਸੀ, ਅਖੀਰ 'ਚ ਉਹਨੇ ਹਮਲਾ ਕਰ ਵੀ ਦਿੱਤਾ। ਇਸੇ ਤਰ੍ਹਾਂ ਇੰਦਰਾ ਗਾਂਧੀ ਨੇ ਵੀ ਕਾਫੀ ਲੰਮੇ ਸਮੇਂ ਤੋਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇੱਥੋਂ ਇੱਕ ਇਹਨਾਂ ਦਾ ਸੈਂਟਰ ਹੈ ਚਕਰਾਤਾ ਦੇ ਵਿੱਚ, ਕਿਹਾ ਜਾਂਦਾ, ਇਹਦੀਆਂ ਖਬਰਾਂ ਆ ਰਹੀਆਂ ਬਾਹਰ, ਕਿ ਉੱਥੇ ਇਹਨਾਂ ਨੇ ਦਰਬਾਰ ਸਾਹਿਬ ਦਾ ਇੱਕ ਤਰ੍ਹਾਂ ਨਾਲ ਮਾਡਲ ਜਿਹਾ ਬਣਾ ਕੇ ਸਪੈਸ਼ਲ ਆਪਣੇ ਕਮਾਂਡੋਜ਼ ਨੂੰ, ਪੁਲਿਸ ਨੂੰ, ਆਰਮੀ ਨੂੰ ਇਹ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ਕਾਫੀ ਲੰਬਾ ਸਮਾਂ ਪਹਿਲਾਂ। ਇਸ ਦਾ ਮਤਲਬ ਉਹ ਬੀਬੀ ਦੇ ਦਿਲ ਵਿੱਚ ਪਹਿਲਾਂ ਤੋਂ ਹੀ ਸੀ ਇਸ ਗੱਲ ਦੀ ਕਿ ਜੇ ਮੈਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਂ ਤਾਂ ਇੱਕ ਤਾਂ ਸਿੱਖਾਂ ਨੂੰ ਸਬਕ ਸਿਖਾਇਆ ਜਾਊਗਾ, ਦੂਸਰਾ ਸਾਰੇ ਭਾਰਤ ਵਿੱਚ ਜੋ ਹਿੰਦੂਆਂ ਦੀ ਵੋਟ ਆ ਉਹ ਹਮਦਰਦੀ ਦੇ ਤੌਰ ਦੇ ਉੱਤੇ ਉਹ ਆਪਣੇ ਨਾਲ ਲੈ ਜਾਵੇਗੀ, ਕਿਉਂਕਿ ਬਹੁਤ ਛੇਤੀ ਨੈਕਸਟ ਇਲੈਕਸ਼ਨ ਡਿਊ ਸੀ। ਇਹਨਾਂ ਗੱਲਾਂ ਨੂੰ ਲੈ ਕੇ ਉਸ ਦੀ ਜੋ ਮਾੜੀ ਨੀਤ ਸੀ, ਜੋ ਮਾੜੀ ਭਾਵਨਾ ਸੀ, ਇਸ ਗੱਲ ਨੂੰ ਲੈ ਕੇ ਉਸਨੇ ਆਪਣੀਆਂ ਬਹੁਤ ਸਮੇਂ ਦੀਆਂ ਜੋ ਮਾੜੀਆਂ ਵਿਉਂਤਾਂ ਸੀਆਂ ਉਹਦੀਆਂ ਵਿਉਂਤਬੰਦੀਆਂ ਕੀਤੀਆਂ ਹੋਈਆਂ ਸੀ। ਉਹਨਾਂ ਨੂੰ ਲੈ ਕੇ ਅਖੀਰ ਤੱਕ ਤਾਂ ਵੈਸੇ ਉਹ ਇਹੀ ਕਹਿੰਦੀ ਰਹੀ ਆ ਕਿ ਖੂਨ ਮਤ ਬਹਾਓ, ਨਫ਼ਰਤ ਮਤ ਕਰੋ, ਜਦ ਕਿ ਉਹ ਆਪ ਖੂਬ ਖੂਨ ਬਹਾਉਣ ਦੇ ਲਈ ਵੀ ਤਿਆਰ ਬੈਠੀ ਸੀ ਤੇ ਨਫ਼ਰਤ ਦੇ ਨਾਲ ਉਹ ਭਰੀ ਪਈ ਸੀ। ਜੇ ਹੁਣ ਆਪਾਂ ਦੇਖੀਏ, ਜੇ ਆਪਾਂ 1 ਜੂਨ ਤੋਂ ਹੀ ਗੱਲ ਸ਼ੁਰੂ ਕਰਨੀ ਹੋਵੇ, 1 ਜੂਨ ਵਾਲੇ ਦਿਨ ਵੀ ਤੁਸੀਂ ਆਪਾਂ ਸਾਰੇ ਦੇਖਦੇ ਹਾਂ, ਇਤਿਹਾਸ ਵਿੱਚ ਦੇਖਦੇ ਹਾਂ ਕਿ 1 ਜੂਨ ਵਾਲੇ ਦਿਨ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੋ ਉਸ ਸਮੇਂ ਦੀਆਂ ਸੁਰੱਖਿਆ ਫੋਰਸਾਂ ਸੀ, CRP ਵੱਲੋਂ ਜਾਂ ਹੋਰ ਪੈਰਾਮਿਲਟਰੀ ਫੋਰਸਿਸ ਦੇ ਵੱਲੋਂ ਜੋ ਬੰਕਰ ਬਣਾਏ ਗਏ ਸੀ, ਮੋਰਚੇ ਬਣਾਏ ਗਏ ਸੀ, ਉਹਨਾਂ ਦੇ ਵਿੱਚੋਂ ਲਗਾਤਾਰ 1 ਜੂਨ ਨੂੰ ਫਾਇਰਿੰਗ ਕੀਤੀ ਗਈ, ਜਿਸ ਦੇ ਵਿੱਚ ਮਹਿੰਗਾ ਸਿੰਘ ਬੱਬਰ, ਭਾਈ ਮਹਿੰਗਾ ਸਿੰਘ ਬੱਬਰ ਉਹ ਸ਼ਹੀਦ ਹੋਏ ਤੇ ਹੋਰ ਵੀ 10-11 ਸਿੰਘ ਸ਼ਹੀਦ ਹੋਏ। ਪੂਰਾ ਦਿਨ ਇਸ ਗੱਲ ਦੀ ਫਾਇਰਿੰਗ ਕਰਦੇ ਰਹੇ। ਤੇ ਵੱਡੀ ਗੱਲ ਤਾਂ ਹੁਣ ਇਹੀ ਸਮਝ 'ਚ ਆਉਂਦੀ ਆ ਕਿ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ, ਦੇਖਿਆ ਜਾ ਰਿਹਾ ਸੀ ਕਿ ਇਹ ਜਵਾਬ ਕਿੱਥੋਂ ਦਿੰਦੇ ਆ, ਕਿਉਂਕਿ ਉਹਨਾਂ ਦੀ ਆਪਣੀ ਆਰਮੀ ਦੀ ਜੋ ਫੌਜ ਦਾ ਹਮਲੇ ਦੀ ਤਾਂ ਵਿਉਂਤ ਪੂਰੀ ਸੀ। ਉਹ ਇਹ ਦੇਖਣਾ ਚਾਹੁੰਦੇ ਸੀ ਵੀ ਇਸ ਦਾ ਜਵਾਬ ਕਿਹੜੇ ਪਾਸਿਓਂ ਆ ਰਿਹਾ ਜਾਂ ਕਿਸ ਤਰ੍ਹਾਂ ਸਿੱਖਾਂ ਵੱਲੋਂ ਦਿੱਤਾ ਜਾ ਰਿਹਾ, ਪਰ ਸਿੱਖਾਂ ਵੱਲੋਂ ਇਸ ਦਾ ਕੋਈ ਬਹੁਤਾ ਜਵਾਬ ਨਹੀਂ ਦਿੱਤਾ ਗਿਆ। ਜੋ ਅੰਦਰ ਖਾੜਕੂ ਸਿੰਘ ਬੈਠੇ ਸੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ, ਉਹਨਾਂ ਵੱਲੋਂ ਕੋਈ ਬਹੁਤਾ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ। ਨਤੀਜਤਨ ਪੂਰਾ ਦਿਨ ਇਸੇ ਤਰ੍ਹਾਂ ਗੁਜ਼ਰਿਆ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਤੇ 2 ਜੂਨ ਨੂੰ ਵੀ ਬੇਸ਼ੱਕ ਬਹੁਤ ਸਾਰੇ ਸਿੱਖ ਆਗੂਆਂ ਨੇ ਕਿਹਾ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਵੀ ਫੋਨ 'ਤੇ ਸੰਪਰਕ ਕਰਕੇ ਇਹ ਕਿਹਾ ਕਿ ਦਰਬਾਰ ਸਾਹਿਬ ਉੱਤੇ ਕੋਈ ਫੌਜੀ ਹਮਲਾ ਨਾ ਕੀਤਾ ਜਾਵੇ, ਪਰ ਅੱਗੇ ਪਤਾ ਨਹੀਂ ਇਸ ਗੱਲ ਦਾ। ਪਰ ਇਹ ਕਿਉਂਕਿ ਸਰਕਾਰ ਦੀ ਵਿਉਂਤ ਬਣੀ ਹੋਈ ਸੀ, ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਵੀ ਨਹੀਂ ਸੀ ਦੱਸਿਆ ਹੋਇਆ। ਉਹ ਤਾਂ ਇਸੇ ਗੱਲ ਦੇ ਉੱਤੇ ਵਜੈਦ ਸੀ ਕਿ ਵੀ ਕਿਸੇ ਨੇ ਕਿਸੇ ਤਰ੍ਹਾਂ ਸਿੱਖਾਂ ਨੂੰ ਸਬਕ ਸਿਖਾਉਣਾ। 2 ਜੂਨ ਜਦੋਂ ਆਪਾਂ ਅੱਜ ਬੈਠੇ, ਜਿਵੇਂ ਅੱਜ 2 ਜੂਨ ਹੈ, ਆਪਾਂ ਸਮਝਦੇ ਇਸ ਗੱਲ ਨੂੰ,
ਪੂਰਾ ਦਿਨ ਇਸੇ ਤਰ੍ਹਾਂ ਗੁਜ਼ਰਿਆ, ਬਹੁਤ ਤਣਾਅ ਦੇ ਵਿੱਚ ਗੁਜ਼ਰਿਆ। ਤੇ ਅੱਜ ਰਾਤ ਨੂੰ 8:30 ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਦੇਸ਼ ਦੇ ਨਾਂ ਦੂਰਦਰਸ਼ਨ ਅਤੇ ਰੇਡੀਓ ਆਕਾਸ਼ਬਾਣੀ ਰੇਡੀਓ ਦੇ ਉੱਤੇ ਭਾਸ਼ਣ ਦਿੱਤਾ ਗਿਆ ਤੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਉੱਤੇ ਦੁੱਖ ਪ੍ਰਗਟਾਇਆ ਗਿਆ। ਤੇ ਅਖੀਰ ਵਿੱਚ ਪਰ ਉਸਨੇ ਇਹ ਨਹੀਂ ਐਲਾਨ ਕੀਤਾ ਕਿ ਅਸੀਂ ਫੌਜੀ ਹਮਲਾ ਕਰਾਂਗੇ ਜਾਂ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਹੈ, ਪਰ ਇਹੀ ਗੱਲ ਕਹਿੰਦੀ ਰਹੀ ਕਿ ਨਫ਼ਰਤ ਕੋ ਤਿਆਗੋ, ਖੂਨ ਮਤ ਵਹਾਓ, ਜਦ ਕਿ ਉਹ ਆਪ ਇਸੇ ਨੀਤੀ ਦੇ ਉੱਤੇ ਚੱਲਦੀ ਹੋਈ ਰਾਤ ਨੂੰ 10 ਵਜੇ ਆਲ ਇੰਡੀਆ ਰੇਡੀਓ 'ਤੇ ਇਹ ਖਬਰਾਂ ਆ ਗਈਆਂ ਕਿ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਉਸ ਦੀ ਗਿਣੀ ਮਿੱਥੀ ਸਾਜ਼ਿਸ਼ ਸੀ, ਉਸ ਦੇ ਮੁਤਾਬਕ ਹੀ ਉਹ ਅਗਲਾ ਸਟੈਪ ਉਠਾ ਰਹੀ ਸੀ ਤੇ ਉਸੇ ਦੇ ਮੁਤਾਬਕ ਹੀ ਇਹ ਅਗਲਾ ਉਹਦਾ ਐਕਸ਼ਨ ਸੀ ਕਿ ਰਾਤ ਨੂੰ ਜੋ ਪੂਰਾ ਪੰਜਾਬ ਆ ਉਹ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਫੌਜ ਵੀ ਕਾਫੀ ਲੰਮੇ ਸਮੇਂ ਤੋਂ ਉਹਦੀ ਮੂਵਮੈਂਟ ਚੱਲ ਰਹੀ ਸੀ। ਫੌਜ ਦੀਆਂ ਵੱਖ-ਵੱਖ ਟੁਕੜੀਆਂ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੀ, ਪੰਜਾਬ ਦੇ ਚੱਪੇ-ਚੱਪੇ 'ਤੇ ਫੈਲਾ ਦਿੱਤੀਆਂ ਗਈਆਂ ਸੀਆਂ ਤੇ ਇਸ ਤਰ੍ਹਾਂ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। 3 ਜੂਨ ਨੂੰ ਉਹਨਾਂ ਦੇ ਵੱਲੋਂ ਵੀ ਇਹ ਦੇਖਿਆ ਗਿਆ ਕਿ ਜੋ ਫੌਜ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਆ, ਵੈਸੇ ਵੱਡੀ ਕਾਰਵਾਈ ਤਾਂ ਉਹਨਾਂ ਨੇ 4 ਜੂਨ ਨੂੰ ਕੀਤੀ ਆ ਤੇ 3 ਜੂਨ ਨੂੰ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਪੰਜਾਬ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ ਤੇ ਉਹਨਾਂ ਨੇ ਉਸ ਸਮੇਂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਗਈਆਂ ਸੀ, ਉਹਨਾਂ ਨੂੰ ਵੀ ਉੱਥੇ ਹੀ ਡੱਕ ਲਿਆ ਤੇ ਕਰਫਿਊ ਲੱਗਾ ਹੋਣ ਦੇ ਕਾਰਨ ਉਹ ਕਿੱਥੇ ਜਾ ਸਕਦੇ ਸੀ। ਤੇ ਇਹ ਜਾਣਬੁੱਝ ਕੇ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸਬਕ ਸਿਖਾਉਣਾ ਹੀ ਚਾਹੁੰਦੇ ਸੀ, ਇਹ ਜਾਣਬੁੱਝ ਕੇ ਹੀ ਇਹ ਦਿਨ ਚੁਣਿਆ ਗਿਆ ਕਿ ਉਸ ਦਿਨ ਸੰਗਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਆਉਂਦੀਆਂ ਹਨ। ਇਹ ਉਹਨਾਂ ਨੇ ਇਸ ਗੱਲ ਨੂੰ ਦੇਖ ਕੇ ਗੁਰਪੁਰਬ ਵਾਲੇ ਦਿਨ, ਸ਼ਹੀਦੀ ਦਿਹਾੜੇ ਵਾਲੇ ਦਿਨ ਨੂੰ ਹੀ ਚੁਣਿਆ ਤੇ ਉਸ ਦਿਨ ਕਰਫਿਊ ਲਾ ਕੇ ਸਿੱਖਾਂ ਦੇ ਉੱਤੇ ਜੋ ਆਪਣਾ ਫੌਜੀ ਅਤਿਆਚਾਰ ਸੀ ਜਾਂ ਫੌਜੀ ਆਪਰੇਸ਼ਨ ਹੈ ਉਹ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਹੈ ਵੀ ਜਦੋਂ 1 ਜੂਨ ਤੋਂ ਲੈ ਕੇ 3 ਜੂਨ ਤੱਕ ਲਗਾਤਾਰ ਗੋਲੀਬਾਰੀ ਵੀ ਵਿੱਚ ਚੱਲਦੀ ਰਹੀ ਆ, ਤਿਆਰੀਆਂ ਵੀ ਮੁਕੰਮਲ ਜਿਹੜੀਆਂ ਚੱਲਦੀਆਂ ਰਹੀਆਂ ਤੇ ਇੱਕ ਹਾਲਾਤ ਜਿਹੜੇ ਆ ਕਰਫਿਊ ਲਗਾ ਕੇ ਪੂਰਾ ਜਿਹੜਾ ਸ਼ਹਿਰ ਆ, ਪੰਜਾਬ ਆ ਪੂਰਾ ਜਿਹੜਾ, ਉਹ ਫੌਜ ਦੇ ਹਵਾਲੇ ਲਗਾ ਦਿੱਤਾ ਗਿਆ ਸੀਗਾ। ਤੇ ਇਹ ਜਿਹੜੇ ਹਾਲਾਤ ਹੈਗੇ ਆਪਾਂ ਇਹ ਸਹਿਜੇ ਹੀ ਸਮਝ ਸਕਦੇ ਹਾਂ ਵੀ ਪ੍ਰਧਾਨ ਮੰਤਰੀ ਰੇਡੀਓ ਤੇ TV ਤੇ ਆ ਕੇ ਇਹ ਕਹਿੰਦੀ ਹੈ ਕਿ ਫੌਜ ਦਾ ਸਾਡਾ ਇਰਾਦਾ ਕੋਈ ਨਹੀਂ ਹੈਗਾ ਹਮਲਾ ਕਰਨ ਦਾ, ਪਰ ਕਰਫਿਊ ਲਗਾ ਦਿੱਤਾ ਜਾਂਦਾ ਹੈ, ਪੂਰਾ ਪੰਜਾਬ ਜਿਹੜਾ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਪੂਰੇ ਬੰਕਰ ਜਿਹੜੇ ਬਣਾ ਲਏ ਜਾਂਦੇ ਹੈਗੇ ਆ। ਦਿਨ ਗੁਰਪੁਰਬ ਦੇ ਚੱਲ ਰਿਹਾ, ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਚੱਲਦਾ ਪਿਆ ਆ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਹੈਗਾ ਆ, ਅਕਾਲ ਤਖਤ ਸਾਹਿਬ ਹੈਗਾ, ਪੂਰੇ ਦੇ ਪੂਰੇ ਦੀ ਚਾਰ ਦੀਵਾਰੀ ਜਿਹੜੀ ਆ ਫੌਜ ਦੇ ਨਾਲ CRP ਦੇ ਨਾਲ ਜਿਹੜੀ ਆ ਉਹ ਘੇਰਾਬੰਦੀ ਉਹਦੀ ਮੁਕੰਮਲ ਕਰ ਲਈ ਜਾਂਦੀ ਆ। 4 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਉੱਥੇ ਗਹਿ ਗੱਚ ਜਿਹੜੀ ਲੜਾਈ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ। ਤੇ ਆਪਾਂ ਇਸ ਭਾਗ ਦੇ ਵਿੱਚ ਇੱਥੇ ਤੇ ਜਿਹੜਾ ਆਪਾਂ ਇਹਦਾ ਸਮਾਪਤੀ ਕਰਾਂਗੇ। ਅਗਲੇ ਭਾਗ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ 4, 5 ਔਰ 6 ਜੂਨ ਦੇ ਵਿੱਚ ਕਿਹੋ ਜਿਹਾ ਜਿਹੜੀ ਗੋਲਾਬਾਰੀ ਹੈਗੀ ਆ ਫੌਜ ਵੱਲੋਂ ਕੀਤੀ ਜਾਂਦੀ ਹੈਗੀ ਆ, ਕਿਵੇਂ ਜਿਹੜੇ ਸਿੰਘ ਉਹ ਮੁਕਾਬਲਾ ਕਰਦੇ ਹੈਗੇ ਆ, ਜਨਰਲ ਸੁਵੇਗ ਸਿੰਘ ਵੱਲੋਂ ਕਿਹੋ ਜਿਹੀ ਵਿਉਂਤਬੰਦੀ ਜਿਹੜੀ ਆ ਉਹ ਭਾਰਤੀ ਫੌਜ ਦਾ ਮੁਕਾਬਲਾ ਕਰਨ ਲਈ ਕੀਤੀ ਜਾਂਦੀ ਹੈਗੀ ਆ। ਗੁਰਪੁਰਬ ਦਾ ਜਿਹੜਾ ਦਿਨ ਚੱਲਦੇ ਹੋਣਗੇ ਉੱਥੇ ਕਿਹੋ ਜਿਹੀਆਂ ਸੰਗਤਾਂ ਸੀਗੀਆਂ, ਕਿੰਨੀਆਂ ਕੁ ਸੰਗਤਾਂ ਸੀਗੀਆਂ, ਕਿੰਨਾ ਕੁ ਨੁਕਸਾਨ ਹੈਗਾ ਆ, ਸਿੱਖ ਰੈਫਰੈਂਸ ਜਿਹੜੀ ਲਾਇਬ੍ਰੇਰੀ ਹੈਗੀ ਆ ਉਹਦੇ ਵਿੱਚ ਕਿਹੜੀਆਂ ਬਾਤਾਂ ਸੀ, ਉਹਦੇ 'ਚ ਕਿੰਨਾ ਨੁਕਸਾਨ ਸੀਗਾ ਉਹ ਹੁੰਦਾ ਆ। ਅਤੇ ਜਿਹੜੇ 6 ਜੂਨ ਤੋਂ ਬਾਅਦ ਦੇ ਹਾਲਾਤ ਆ ਉਹ ਕੀ ਬਣਦੇ ਆ ਅਤੇ ਕਿਹੋ ਜਿਹਾ ਪਿੰਡਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਆ। ਗੁਰਦੁਆਰਾ ਸਾਹਿਬ ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਮਲੇ ਕੀਤੇ ਜਾਂਦੇ, ਉੱਥੇ ਪੰਜਾਬ ਦੇ ਨਾਲ ਨਾਲ ਜਿਹੜੇ ਹੋਰ 40 ਵੱਡੇ ਗੁਰਦੁਆਰੇ ਆ ਉਹਦੇ ਵਿੱਚ ਹੀ ਫੌਜਾਂ ਦੀ ਜਿਹੜੀ ਚੜ੍ਹਾਈ ਕੀਤੀ ਜਾਂਦੀ ਹੈਗੀ ਆ। ਇਹ ਸਾਰੀ ਜਿਹੜੀ ਵਿਥਿਆ, ਇਹ ਸਾਰੀ ਵਾਰਤਾ ਆਪਾਂ ਅਗਲੇ ਅੰਗ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ, ਮੈਂ ਜਾਂਦਾ ਜਾਂਦਾ ਆਪਾਂ ਇਸ ਭਾਗ ਦੇ ਵਿੱਚ ਇਹ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਫੌਜ ਵੱਲੋਂ ਸਾਰੀ ਮੁਕੰਮਲ ਤਿਆਰੀ ਆ, ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੇ ਜਾਂਦੇ ਹੈਗੇ, ਫੌਜ ਦਾ ਐਲਾਨ ਨਹੀਂ ਹੈਗਾ। ਇਹ ਸਾਰੇ ਸੰਦਰਭ ਦੇ ਵਿੱਚ ਅਕਾਲੀ ਲੀਡਰਸ਼ਿਪ ਜਿਹੜੀ ਕਿ ਨੁਮਾਇੰਦਾ ਜਮਾਤ ਆਪਣੇ ਆਪ ਨੂੰ ਸਿੱਖਾਂ ਦੀ ਕਹਾਉਂਦੀ ਹੈਗੀ ਆ, ਉਹਦਾ ਰੋਲ ਕੀ ਸੀਗਾ ਸਾਰਾ ਸੰਨ 47 ਦੇ ਆਪਣਾ 1984 ਜਦੋਂ 1 ਜੂਨ ਤੋਂ ਲੈ ਕੇ ਇਹ ਜਿਹੜੇ ਹਾਲਾਤ ਬਣ ਜਾਂਦੇ ਹੈਗੇ ਆ? ਦੇਖੋ ਜੀ, ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ, ਉਹਨਾਂ ਦੇ ਉੱਤੇ ਪਰ ਜੋ ਧਰਮ ਯੁੱਧ ਮੋਰਚੇ ਦੇ ਵਿੱਚ ਉਹ ਹੌਲੀ ਹੌਲੀ ਆਪਣੀ ਪਕੜ ਗਵਾਉਣ ਲੱਗੇ ਸੀ। ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੇ ਧਰਮ ਯੁੱਧ ਮੋਰਚੇ ਨੂੰ ਅਗਾਂਹ ਤੋਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।
ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਵੀ ਇੱਕ ਤਰ੍ਹਾਂ ਨਾਲ ਇਹ ਸਮਝਿਆ ਜਾਂਦਾ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦਾ ਇੱਕ ਤਰ੍ਹਾਂ ਨਾਲ ਸਿਆਸੀ ਸ਼ਰੀਕ ਬਣ ਬੈਠਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜੋ ਆਪਾਂ ਇਹ ਸਮਝਦੇ ਹਾਂ ਵੀ ਜੋ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਸੀ ਉਹਨਾਂ ਨੇ ਨਹੀਂ ਨਿਭਾਇਆ। ਉਹ ਇੱਕ ਤਰ੍ਹਾਂ ਨਾਲ ਜਿਵੇਂ ਇਸ ਗੱਲ ਦੇ ਉੱਤੇ ਆ ਹੀ ਗਏ ਸੀ ਕਿ ਜੇ ਇਹ ਸਾਡਾ ਰਾਹ ਦਾ ਰੋੜਾ ਪਾਸੇ ਹੁੰਦਾ ਆ ਤਾਂ ਹੋ ਜਾਵੇ ਤਾਂ ਚੰਗੀ ਗੱਲ ਆ। ਉਹਨਾਂ ਦਾ ਸਿਆਸੀ ਭਵਿੱਖ ਉਹਨਾਂ ਨੂੰ ਨਹੀਂ ਸੀ ਨਜ਼ਰ ਆ ਰਿਹਾ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੋ ਉਹ ਸਿੱਖਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਲੜ ਰਹੇ ਸੀ। ਪਰ ਇਹ ਜੋ ਸਿਆਸੀ ਲੀਡਰਸ਼ਿਪ ਆ ਸ਼੍ਰੋਮਣੀ ਅਕਾਲੀ ਦਲ ਦੀ, ਇਹ ਸਿਰਫ ਆਪਣੀ ਸੱਤਾ ਪ੍ਰਾਪਤੀ ਤੱਕ ਸੀਮਿਤ ਸੀ। ਇਹਨਾਂ ਦੇ ਸਿਆਸੀ ਨਿਸ਼ਾਨੇ ਉਹਨਾਂ ਦੇ ਹੁੰਦਿਆਂ ਪੂਰੇ ਨਹੀਂ ਸੀ ਹੋ ਰਹੇ ਤੇ ਇਹਨਾਂ ਨੂੰ ਐਂ ਲੱਗਦਾ ਸੀ ਜੇ ਇਹ ਸਾਡੇ ਰਾਹ ਦਾ ਰੋੜਾ ਬਣੇ ਹੋਏ ਨੇ ਸੰਤ ਬਾਬਾ ਜਰਨੈਲ ਸਿੰਘ ਜੀ, ਜੇ ਇਹ ਕਿਸੇ ਤਰ੍ਹਾਂ ਲਾਂਭੇ ਹੁੰਦੇ ਆ ਤਾਂ ਹੋ ਜਾਣ। ਦੂਸਰੇ ਲਫ਼ਜ਼ਾਂ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਵੇਂ ਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਰੂਪ ਜਾਂ ਕੋਈ ਦਖਲ ਨਾ ਵੀ ਅਜੇ ਤੱਕ ਸਾਹਮਣੇ ਆਇਆ ਹੋਵੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆ ਵੀ ਸਕਦਾ ਆ, ਪਰ ਇਸ ਗੱਲ ਤੋਂ ਆਪਾਂ ਇਨਕਾਰੀ ਨਹੀਂ ਹੋ ਸਕਦੇ ਕਿ ਜੋ ਉਹਨਾਂ ਨੂੰ ਬਣਦਾ ਰੋਲ ਨਿਭਾਉਣਾ ਚਾਹੀਦਾ ਸੀ ਇਸ ਬਲੂ ਸਟਾਰ ਆਪਰੇਸ਼ਨ ਨੂੰ ਰੋਕਣ ਦੇ ਵਾਸਤੇ, ਜਾਂ ਇਸ ਦੇ ਖਿਲਾਫ ਜਦੋਂ ਐਕਸ਼ਨ ਹੋ ਗਿਆ ਉਸ ਤੋਂ ਬਾਅਦ ਜੋ ਪ੍ਰੋਗਰਾਮ ਦੇਣੇ ਚਾਹੀਦੇ ਸੀ ਉਹਨਾਂ ਨੇ ਨਹੀਂ ਦਿੱਤੇ। ਇੱਥੇ ਉਹਨਾਂ ਦੀ ਬੇਈਮਾਨੀ ਜ਼ਰੂਰ ਸਪਸ਼ਟ ਝਲਕਦੀ ਆ। ਸੋ ਬਿਲਕੁਲ ਜਿਹੜਾ ਰੋਲ, ਕਿਉਂਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਮੁੱਖ ਜਿਹੜਾ ਜਦੋਂ ਵੀ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਲੋੜ ਪੈਂਦੀ ਹੈ, ਕੋਈ ਨੁਕਸਾਨ ਹੁੰਦਾ ਆ, ਤਾਂ ਪੂਰੀ ਸਿੱਖ ਕੌਮ ਸ਼੍ਰੋਮਣੀ ਕਮੇਟੀ ਜਿਹੜੀ ਆਪਣੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵੱਲ ਮੁੱਖ ਕਰਕੇ ਦੇਦੀ ਵੀ ਇੱਧਰ ਕੀ ਸਾਨੂੰ ਰਿਸਪੌਂਸ ਕੀ ਮਿਲਦਾ ਹੈਗਾ। ਸੋ ਉਹ ਬਕਾਇਦਾ ਜਿਹੜਾ ਉਸ ਵੇਲੇ ਇਹਨਾਂ ਦਾ ਬਣਦਾ ਰੋਲ ਸੀਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਨਹੀਂ ਨਿਭਾਇਆ ਗਿਆ। ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਚੌਧਰਾਂ ਦੀ ਭੁੱਖ, ਸਿਆਸਤ ਦੀ ਭੁੱਖ ਜਿਹੜੀ ਆ ਉਹਦਾ ਜਿਹੜਾ ਰੋਲ ਆਪਾਂ ਨੂੰ ਜਿਹੜਾ ਮਿਲਦਾ ਉਹ ਦਿਖਾਈ ਦਿੰਦਾ ਹੈਗਾ। ਇੱਕ ਪਾਸੇ ਸਿਆਸਤਾਂ ਦੀ ਭੁੱਖ ਸੀਗੀ, ਚੌਧਰਾਂ ਦੀ ਭੁੱਖ ਸੀਗੀ, ਤੇ ਦੂਸਰੇ ਪਾਸੇ ਉਹ ਜਿਹੜੇ ਸੂਰਮੇ ਸੀਗੇ ਸਿੱਖ ਯੋਧੇ ਸੀਗੇ ਉਹਨਾਂ ਨੇ 18ਵੀਂ ਸਦੀ ਦਾ ਜਿਹੜਾ ਇਤਿਹਾਸ ਮੁੜ ਕੇ ਦੁਹਰਾ ਦਿੱਤਾ। ਜਿਹੜਾ ਸਿੱਖਾਂ ਨੂੰ ਕਿਹਾ ਜਾਂਦਾ ਵੀ ਇਹ ਸਿਰਫ ਇਤਿਹਾਸ ਦੀਆਂ ਬਾਤਾਂ ਪਾਉਣੀਆਂ ਜਾਣਦੇ ਆ, ਪੁਰਾਣੀਆਂ ਗੱਲਾਂ ਆ, ਪਰ ਉਹ ਇਤਿਹਾਸ ਮੁੜ ਦੁਹਰਾ ਕੇ 18ਵੀਂ ਸਦੀ ਦੇ ਸਿੰਘਾਂ ਵਾਂਗੂ ਲੜ ਕੇ ਉਹਨਾਂ ਨੇ ਜਿਹੜੇ ਪੂਰਨੇ ਪਾਤੇ ਆ ਉਹ ਰਹਿੰਦੀ ਦੁਨੀਆ ਤੱਕ ਸਦਾ ਹੀ ਉਹ ਯਾਦ ਰੱਖੇ ਜਾਣਗੇ। ਭਾਈ ਸਾਹਿਬ ਜੀ, ਤੁਸੀਂ ਸਾਡੇ ਨਾਲ ਬਹੁਤ ਬੇਸ਼ਕੀਮਤੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ। ਤੁਹਾਡੇ ਨਾਲੋਂ ਆਪਾਂ ਇਹ ਵੀ ਆਸ ਕਰਾਂਗੇ ਅਗਲੇ ਅੰਕ ਵਿੱਚ ਜਿਹੜੀ 4 ਜੂਨ ਤੋਂ ਲੈ ਕੇ 6 ਜੂਨ ਤੱਕ ਦੀ ਵਾਰਤਾ ਹੈਗੀ ਆ, ਜਿਹੜੇ ਇਤਿਹਾਸ ਆ ਜਿਹੜਾ ਵਾਪਰਿਆ ਹੈਗਾ, ਕਿਹੜੀਆਂ ਘਟਨਾਵਾਂ ਵਾਪਰੀਆਂ, ਉਹ ਜ਼ਰੂਰ ਸਾਡੇ ਲਈ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਿਓ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬੜਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।